ਪੈਸਟਲ PESTEL ਜਦੋਂ ਵੀ ਤੁਹਾਨੂੰ ਆਈਡੀਆਜ਼ ਦੀ ਕਮੀ ਆ, ਆਈਡੀਆਜ਼ ਨਹੀਂ ਪਤਾ ਲੱਗਦੇ ਕੀ ਲਿਖੀਏ ਐਗਜ਼ਾਮ ਦੇ ਵਿੱਚ, ਕੁਐਸਚਨ ਮੂਰੇ ਪਿਆ ਪਰ ਪਤਾ ਨਹੀਂ ਲੱਗਦਾ, ਤਾਂ ਆਹ ਟਰਮ ਨੂੰ ਤੁਸੀਂ ਯਾਦ ਰੱਖਣਾ। ਇਹ ਟਰਮ ਦਾ ਮਤਲਬ ਮੈਂ ਤੁਹਾਨੂੰ ਸਮਝਾ ਦਿੰਦਾ ਕੀ ਹੁੰਦਾ। ਇਹ ਟਰਮ ਨੂੰ ਕਿਉਂ ਯਾਦ ਰੱਖਣਾ, ਬਿਕੋਜ਼ ਕਿਸੇ ਵੀ ਐਸੇ ਦਾ, ਕਿਸੇ ਵੀ ਟੌਪਿਕ ਦਾ, ਕਿਸੇ ਵੀ ਮੁੱਦੇ ਦਾ ਇੰਨੇ ਵਿਊ ਪੁਆਇੰਟਸ ਹੁੰਦੇ ਆ, that is PESTEL। You can always write that, remember that। ਜਦੋਂ ਐਗਜ਼ਾਮ ਚ ਜਾਓਗੇ ਯਾਦ ਰੱਖਿਓ ਕਿ ਸਰ ਨੇ ਪੈਸਟਲ ਕਰਵਾਇਆ ਸੀ, ਇਸ ਕੁਐਸਚਨ ਨੂੰ ਪੈਸਟਲ ਫਾਰਮੂਲਾ ਦੇ ਆਧਾਰ ਤੇ ਆਪਾਂ ਕਿਵੇਂ ਦੇਖ ਸਕਦੇ ਆ, ਤੇ ਤੁਹਾਨੂੰ ਐਦਾਂ ਹੀ ਆਈਡੀਆਜ਼ ਆਉਣੇ ਸ਼ੁਰੂ ਹੋ ਜਾਣੇ ਆ। ਉਦੋਂ ਉਸੇ ਟਾਈਮ ਤੁਹਾਨੂੰ ਆਈਡੀਆ ਆਉਣੇ ਸ਼ੁਰੂ ਹੋ ਜਾਣੇ ਆ। ਤੁਸੀਂ ਜਦੋਂ ਐਗਜ਼ਾਮ ਦੇ ਵਿੱਚ ਕੁਐਸਚਨ ਨੂੰ ਦੇਖਦੇ ਆ, ਤੁਹਾਨੂੰ ਲੱਗਦਾ ਕਿ ਯਾਰ ਇਹ ਕਾਹਦੇ ਬਾਰੇ ਆ, ਇਹਦੇ ਵਿੱਚ ਕੀ ਆਊਗਾ, ਇਹ ਕੀ ਨਹੀਂ ਆ ਸਕਦਾ, ਅੱਛਾ ਇਹ ਟੌਪਿਕ ਦਾ ਮੁੱਦਾ ਕੀ ਆ, ਨੀਸ਼ ਕੀ ਹੈ, ਸਬਜੈਕਟ ਕੀ ਹੈ, ਕੀ এনवायरमेंटल ਆ, ਕੀ ਕਾਹਦਾ ਵਾ, ਹਰ ਟੌਪਿਕ ਦੇ ਕਿਹੜੇ ਕਿਹੜੇ ਪਹਿਲੂ ਹੋ ਸਕਦੇ ਆ। ਰਿਮੈਂਬਰ that P for political, P for political, E for economical, S for what? Social, yes, social, T for technical, E for ethical, L for legal। So we have these 1 2 3 4 5 6 aspects of IELTS writing ਜਦੋਂ ਆਪਾਂ ਆਈਡੀਆਜ਼ ਨੂੰ ਫਿਗਰ ਆਊਟ ਕਰਦੇ ਹਾਂ। It's called pestle theory। You need to remember this term, pestle। P for political, E for economical, S for social, T for technical, E for ethical and L for legal। ਜਦੋਂ ਵੀ ਕੋਈ ਕੁਐਸਚਨ ਤੁਹਾਡੇ ਐਗਜ਼ਾਮ ਦੇ ਵਿੱਚ ਆਊਗਾ, you need to figure out ਕਿ which category is this। 2 ਕੈਟਾਗਰੀਜ਼ ਹੋ ਸਕਦੀਆਂ, 3 ਕੈਟਾਗਰੀਜ਼ ਹੋ ਸਕਦੀਆਂ, ਠੀਕ ਹੈ, 4 ਕੈਟਾਗਰੀਜ਼ ਹੋ ਸਕਦੀਆਂ, ਇਹ ਤੁਸੀਂ ਫਿਗਰ ਆਊਟ ਕਰਨਾ ਕਿ ਉਹ ਕਿਹੜੀ ਕੈਟਾਗਰੀ ਹੈ। ਨਾਓ ਲੈਟਸ ਫॉर ਐਗਜ਼ਾਮਪਲ ਟੇਕ ਅ ਕੁਐਸਚਨ। ਇੱਕ ਕੁਐਸਚਨ ਲੈ ਕੇ ਚੱਲਦੇ ਹਾਂ ਆਪਾਂ। ਸਭ ਤੋਂ ਪਹਿਲਾਂ ਕੁਐਸਚਨ ਇਜ਼ ਆਰਮੀ ਸਿਲੈਕਸ਼ਨ ਵਾਸਤੇ ਮੇਲਸ ਐਂਡ ਫੀਮੇਲਸ ਨੂੰ ਬਰਾਬਰ ਦੇ ਹੱਕ ਹੋਣੇ ਚਾਹੀਦੇ ਆ। ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ ਆ ਸਕਦਾ ਕਿ ਪਹਿਲਾ ਵਿਊ ਆ ਕਹਿੰਦੇ ਆ, ਦੂਜੇ ਕਹਿੰਦੇ ਨਹੀਂ ਹੋਣੇ ਚਾਹੀਦੇ, ਜਾਂ ਟੂ ਵਾਟ ਐਕਸਟੈਂਟ ਡੂ ਯੂ ਐਗਰੀ ਡਿਸਐਗਰੀ, कुछ भी या what do you agree or disagree। So question is that males and females must have equal rights in army selection, army or military selection or police selection। ठीक है, ਉਹਨਾਂ ਨੂੰ ਇਕੁਅਲ ਬਰਾਬਰ ਦੇ ਹੱਕ ਹੋਣੇ ਚਾਹੀਦੇ ਨੇ। ਹੁਣ ਇਹਦੇ ਵਿੱਚ ਕੀ ਆ, ਤੁਸੀਂ ਪਹਿਲਾਂ ਫਿਗਰ ਆਊਟ ਕਰਨਾ ਹੈ ਕਿ ਇਹ ਟੌਪਿਕ ਪੋਲੀਟੀਕਲ ਹੈ ਕਿ ਨਹੀਂ ਹੈ। ਪੋਲੀਟੀਕਲ ਕਿੱਦਾਂ? ਪੋਲੀਟੀਕਲ ਜਿਵੇਂ ਹੁਣ ਤੁਹਾਨੂੰ ਪਤਾ ਪਹਿਲਾਂ ਕੁੜੀਆਂ ਨੂੰ 에ਅਰ ਫੋਰਸ ਦੇ ਵਿੱਚ ਜਹਾਜ਼ ਉਡਾਉਣ ਦੀ ਅਨੁਮਤੀ ਨਹੀਂ ਸੀ, ਪਰ ਗਵਰਨਮੈਂਟਸ ਨੇ ਫੈਸਲਾ ਲਿਆ ਕਿ ਨਹੀਂ ਅਸੀਂ ਕੁੜੀਆਂ ਨੂੰ ਵੀ ਇਹ ਅਨੁਮਤੀ ਦੇਵਾਂਗੇ। ਤੁਸੀਂ ਮੂਵੀ ਦਾ ਨਾਮ ਸੁਣਿਆ ਹੋਣਾ ਗੁੰਜਨ ਸਕਸੈਨਾ, ਜੇ ਨਹੀਂ ਦੇਖੀ ਤਾਂ ਉਹ ਵੀ ਦੇਖਿਓ। ਸੋ ਉਸ ਤੋਂ ਬਾਅਦ ਉਹ ਫਰਸਟ ਵੂਮਨ ਸੀ ਜਿਹਨੇ ਫਾਈਟਰ ਜੈਟ ਚਲਾਇਆ ਸੀ, ਰਾਈਟ। ਤਾਂ ਇਹ ਇੱਕ ਪੋਲੀਟੀਕਲ ਵੀ ਆ ਗਿਆ। ਤੁਸੀਂ ਪੋਲੀਟੀਕਲ ਉਦਾਹਰਨ ਦੇ ਸਕਦੇ ਆ ਇਹ ਗੁੰਜਨ ਸਕਸੈਨਾ ਦੀ, ਤੁਸੀਂ ਪੋਲੀਟੀਕਲ ਰੈਫਰੈਂਸ ਦੇ ਸਕਦੇ ਆ ਆਪਣੇ ਟਾਸਕ ਦੇ ਵਿੱਚ। ਫਿਰ ਇਕਨੋਮਿਕਲ, ਇਕਨੋਮਿਕਸ ਨੂੰ ਇਹਦਾ ਕੀ ਫਾਇਦਾ, ਕੰਟਰੀ ਨੂੰ ਪੈਸੇ ਵਾਈਜ਼, ਫਾਈਨੈਂਸ਼ੀਅਲ ਵਾਈਜ਼, ਇਕਨੋਮਿਕ ਵਾਈਜ਼ ਕੀ ਫਾਇਦਾ ਹੋ ਰਿਹਾ, ਕੀ ਹੋ ਰਿਹਾ ਕੁਝ। ਇਸ ਤੋਂ ਬਾਅਦ ਆ ਗਿਆ ਸੋਸ਼ਲ, ਸੋਸ਼ਲੀ ਕੀ ਫਾਇਦਾ ਹੋ ਰਿਹਾ। ਕਈ ਕੁੜੀਆਂ ਦਾ ਡ੍ਰੀਮ ਸੀ ਕਿ ਅਸੀਂ ਜਹਾਜ਼ ਚਲਾਈਏ, ਫਾਈਟਰ ਜੈਟ ਚਲਾਈਏ ਸੋਸ਼ਲੀ, ਪਰ ਉਹ ਨਹੀਂ ਕਰ ਪਾਉਂਦੀਆਂ ਸੀ। ਕਿਉਂ ਨਹੀਂ ਕਰ ਪਾਉਂਦੀਆਂ ਸੀ? ਬਿਕੋਜ਼ ਅਲਾਉਡ ਹੀ ਨਹੀਂ ਸੀ। ਹੁਣ ਅਲਾਉਡ ਹੋ ਗਿਆ, ਹੁਣ ਲੋਕ ਕਰਨ ਲੱਗ ਗਏ, ਸੋ ਦੇ ਆਰ ਡੂਇੰਗ ਇਟ। ਉਸ ਤੋਂ ਬਾਅਦ ਟੈਕਨੀਕਲ, ਟੈਕਨੀਕਲ ਇਹ ਹੁੰਦਾ ਕਿ ਕਈ ਵਾਰੀ ਜਦੋਂ ਆਪਾਂ 에ਅਰਕ੍ਰਾਫਟ ਚਲਾਉਂਦੇ ਆ, ਵੈਸੇ ਤਾਂ ਕੋਈ ਭੇਦਭਾਵ ਨਹੀਂ ਮੁੰਡੇ ਕੁੜੀਆਂ ਦੇ ਵਿੱਚ, ਕੋਈ ਡਿਸਕ੍ਰਿਮੀਨੇਸ਼ਨ ਨਹੀਂ, ਬਟ ਸਮਟਾਈਮਸ ਗਰਲਸ ਆਰ ਫਿਜ਼ੀਕਲੀ ਵੀਕਰ ਦੈਨ ਮੈਨ। ਤਾਂ ਆਪਾਂ ਉੱਥੇ ਕੀ ਕਹਿ ਦਿੰਦੇ ਆ ਕਿ ਟੈਕਨੀਕਲੀ ਕਈ ਵਾਰੀ ਚੀਜ਼ਾਂ ਕੁਝ ਭਾਰੀਆਂ ਹੁੰਦੀਆਂ, ਕੁਝ ਹਲਕੀਆਂ ਹੁੰਦੀਆਂ, ਕੁਝ ਭਾਰੀਆਂ। ਜਿਵੇਂ ਟੈਕਨੀਕਲੀ ਆਰਮੀ ਦੇ ਵਿੱਚ ਕੁਝ ਹੈਵੀ ਵਰਕਸ ਕਰਨੇ ਪੈਂਦੇ ਆ, ਜਿਹੜਾ ਹੋ ਸਕਦਾ ਕੁਝ ਸਪੈਸੀਫਿਕ ਕੁੜੀਆਂ ਨਾ ਕਰ ਪਾਉਣ। ਠੀਕ ਹੈ, ਤੁਹਾਨੂੰ ਟੈਕਨੀਕਲ ਤੋਂ ਯਾਦ ਆਊਗਾ ਕਿ ਟੈਕਨੀਕਲ ਬਾਰੇ ਆਪਾਂ ਕੀ ਕੀ ਲਿਖ ਸਕਦੇ ਹਾਂ। ਉਹ ਪੋਜ਼ਿਟਿਵ ਲਿਖ ਸਕਦੇ ਹਾਂ, ਉਹ ਚ ਨੈਗੇਟਿਵ ਪੁਆਇੰਟ ਲਿਖ ਸਕਦੇ ਹਾਂ, ਕੀ ਲਿਖ ਸਕਦੇ ਹਾਂ। ਐਥੀਕਲ, ਐਥੀਕਲ ਆ ਸਕਦਾ, ਤੁਸੀਂ ਸੋਚਣਾ। ਲੀਗਲ, ਲੀਗਲ ਕੋਈ ਇਹਦੇ ਵਿੱਚ ਗੱਲ ਨਹੀਂ ਹੈਗੀ, ਬਿਕੋਜ਼ ਆਲਰੇਡੀ ਗਵਰਨਮੈਂਟ ਨੇ ਜੇ ਸਿਲੈਕਟ ਕੀਤਾ ਤਾਂ ਹੀ ਦਿੰਦਾ। ਹੁਣ ਕਈ ਇਹੋ ਜਿਹੀ ਚੀਜ਼ਾਂ ਆਉਣਗੀਆਂ, ਜਿਵੇਂ ਕਿ ਆਪਾਂ ਕੱਲ ਐਸੇ ਕੀਤਾ ਸੀ, ਵਾਟ ਆਰ ਦੀ ਰੀਜ਼ਨਸ ਐਂਡ ਸੋਲੂਸ਼ਨਸ ਆਫ ਰੀਓਫੈਂਡ। ਰੀਓਫੈਂਡ ਦਾ ਮਤਲਬ ਕੀ ਹੈ? offend ਦਾ ਮਤਲਬ ਕ੍ਰਾਈਮ, offenders ਕਿਹੜੇ ਆ? ਜਿਹੜੇ ਕ੍ਰਿਮੀਨਲਸ। ਰੀਓਫੈਂਡ ਮਤਲਬ ਰਿਪੀਟਡ ਕ੍ਰਾਈਮ, ਵਾਰ-ਵਾਰ ਜਿਹੜਾ ਕ੍ਰਾਈਮ ਹੋ ਰਿਹਾ। ਤਾਂ ਉਹਦਾ ਮਤਲਬ ਕਿ ਹੁਣ ਉੱਥੇ ਲੀਗਲ ਟਰਮਸ ਹੈ ਕਿ ਲੀਗਲੀ ਕਾਨੂੰਨ ਕੀ ਬਣਨੇ ਚਾਹੀਦੇ ਆ। ਐਥੀਕਲ ਦਾ ਮਤਲਬ ਹੁੰਦਾ ਕਿ ਕੋਈ ਚੀਜ਼ ਜਿਹੜੀ ਤੁਹਾਨੂੰ ਕਰਨੀ ਚਾਹੀਦੀ ਆ, ਪ੍ਰਿੰਸੀਪਲਸ ਆਪਾਂ ਕਹਿ ਦਿੰਦੇ ਆ।
ਸਿਧਾਂਤ ਕਹਿ ਦਿੰਦੇ ਆ ਕਿ ਸਿਧਾਂਤਕ ਤੌਰ ਤੇ ਬੰਦਾ ਯਾਰ ਇਦਾਂ ਦਾ ਹੋਣਾ ਚਾਹੀਦਾ, ਉਹਨੂੰ ਝੂਠ ਨਹੀਂ ਬੋਲਣਾ ਚਾਹੀਦਾ, ਉਹਨੂੰ ਲੋਕਾਂ ਨੂੰ ਮਿੱਠਾ ਬੋਲਣਾ ਚਾਹੀਦਾ, ਉਹਨੂੰ ਸਹੀ ਕੰਮ ਕਰਨੇ ਚਾਹੀਦੇ ਆ, ਜਾਇਜ਼ ਕੰਮ ਕਰਨੇ ਚਾਹੀਦੇ ਆ, ਲੀਗਲ ਕੰਮ ਕਰਨੇ ਚਾਹੀਦੇ ਆ, ਉਹ ਬੰਦੇ ਦੇ ਐਥਿਕਸ ਹੁੰਦੇ ਆ, ਦੈਟ ਇਜ਼ ਐਥੀਕਲ। ਸਮਟਾਈਮਸ ਕੁਐਸਚਨਸ ਆਉਂਦੇ ਆ ਐਥਿਕਸ ਦੇ ਉੱਪਰ, ਸਮਟਾਈਮਸ ਕੁਐਸਚਨ ਆਉਂਦੇ ਲੀਗੈਲਿਟੀਜ਼ ਦੇ ਉੱਪਰ, ਸਮਟਾਈਮਸ ਕੁਐਸਚਨ ਆਉਂਦੇ ਪੋਲੀਟੀਕਲ, ਸਮਟਾਈਮਸ ਕੁਐਸਚਨ ਆਉਂਦੇ ਇਕਨੋਮਿਕਲ, ਸਮਟਾਈਮ ਕੁਐਸਚਨਸ ਆਉਂਦੇ ਤੁਹਾਨੂੰ ਟੈਕਨੀਕਲ, ਸਮਟਾਈਮਸ ਕੁਐਸਚਨ ਆਉਂਦੇ ਸੋਸ਼ਲ। ਤਾਂ ਕੁਐਸਚਨਸ ਨੂੰ ਫਿਗਰ ਆਊਟ ਕਰਨਾ ਕਿ ਪੈਸਟਲ ਦੇ ਅਕੋਰਡਿੰਗ ਕੁਐਸਚਨਸ ਕਿਹੜੀ ਨੀਸ਼ ਦੇ ਵਿੱਚ ਪੈਂਦਾ, ਕਿ ਇੱਕ ਨੀਸ਼ ਕੰਮ ਆਉਂਦੀ ਹੈ ਸਾਰਿਆਂ ਨੂੰ ਸੋਚਣਾ। ਇਸ ਐਸੇ ਦਾ ਪੋਲੀਟੀਕਲ ਵਿਊ ਪੁਆਇੰਟ ਹੈ ਕੋਈ, ਕੀ ਇਸ ਐਸੇ ਦਾ ਕੋਈ ਇਕਨੋਮਿਕਲ ਵਿਊ ਪੁਆਇੰਟ ਹੈ, ਕੀ ਇਸ ਐਸੇ ਦਾ ਸੋਸ਼ਲ ਵਿਊ ਪੁਆਇੰਟ ਹੈ, ਕੀ ਇਸ ਐਸੇ ਦਾ ਟੈਕਨੀਕਲ ਐਥੀਕਲ ਲੀਗਲ ਵਿਊ ਪੁਆਇੰਟ ਹੈ ਕਿ ਨਹੀਂ ਹੈ। ਹੁਣ ਜਿਹੜੇ ਵਰਡਸ ਆਪਾਂ ਐਸੇਸ ਦੇ ਵਿੱਚ ਯੂਜ਼ ਕਰਨੇ ਆ ਉਹ ਆਬਵੀਅਸਲੀ ਜੇ ਪੋਲੀਟੀਕਲ ਦੀ ਕੋਈ ਚੀਜ਼ ਹੋਈ ਤੁਸੀਂ ਆਲਰੇਡੀ ਲਿਖੋਗੇ, ਤੁਸੀਂ ਸਟਾਰਟ ਕਰ ਸਕਦੇ ਆ ਦ ਪੋਲੀਟੀਕਲ ਵਿਊ ਆਫ ਦ ਕੁਐਸਚਨ, the political view of the question is that the economical view, the social view, the ethical view, legal, technical view, any view, the political view of the question, or the political view of if women should be equal than men for military selection is good or bad, ਕੁਝ ਵੀ ਤੁਸੀਂ ਉਹਦਾ ਦੱਸ ਸਕਦੇ ਹੋ। so it is on you, ਤੁਹਾਡੇ ਕੋਲੇ basically ਕੁਝ vocab ਵੀ ਹੈਗੀ ਆ, it is very good to write any 6 of these। ਐਗਜ਼ਾਮ ਦੇ ਵਿੱਚ ਕੋਈ ਨਾ ਕੋਈ ਇਹਨਾਂ 6 ਦੇ ਵਿੱਚੋਂ ਕੋਈ ਨਾ ਕੋਈ ਕੁਐਸਚਨ ਹੋਊਗਾ, ਕੋਈ ਇੱਕ ਟਰਮ ਤੁਸੀਂ ਜ਼ਰੂਰ ਇਹਦੇ ਵਿੱਚ ਇਹਨਾਂ ਦੇ ਵਿੱਚੋਂ ਹੋਊਗੀ। ਹੁਣ ਤੁਸੀਂ ਦੇਖਣਾ ਕਿ ਉਹ ਟਰਮ ਕਿਹੜੀ ਆ, ਉਹ ਟਰਮ ਕਿਹੜੀ ਤੁਸੀਂ ਯੂਜ਼ ਕਰਨੀ ਆ, ਤੁਹਾਨੂੰ ਲੱਭਦੀ ਕਿਹੜੀ ਹੈ। ਕੁਐਸਚਨ ਦੇ ਵਿੱਚੋਂ ਤੁਸੀਂ ਕੀ ਫਿਗਰ ਆਊਟ ਕਰਦੇ ਹੋ, ਵਾਟ ਇਜ਼ ਪੈਸਟਲ, ਤੁਹਾਨੂੰ ਕਿੱਦਾਂ ਪਤਾ ਲੱਗੂਗਾ, ਤੁਸੀਂ ਕੁਐਸਚਨ ਨੂੰ ਦੇਖ ਕੇ ਫਿਗਰ ਆਊਟ ਉਹ ਚੋਂ ਐਕਸਟ੍ਰੈਕਟ ਕਰਨਾ that if it is political question, economical question, social question, ethical, legal or technical question, that is what you have to figure out। ਹੁਣ ਪੈਸਟਲ ਨੂੰ ਯਾਦ ਕਰਕੇ ਮੈਨੂੰ yes or no ਜਵਾਬ ਦੇਣਾ, ਪੈਸਟਲ ਨੂੰ ਯਾਦ ਕਰਕੇ ਕੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਪੋਲੀਟੀਕਲ ਸਾਰੇ ਯਾਦ ਆ ਜਾਣਗੇ yes or no? ਬਸ ਇੱਥੋਂ ਆਪਾਂ ਕੁਐਸਚਨ ਨੂੰ ਪਹਿਲੇ ਲੱਭ ਲੈਣਾ, ਉਸ ਤੋਂ ਬਾਅਦ ਆਪਣੇ ਆਈਡੀਆਜ਼ ਤੁਹਾਨੂੰ ਆਉਣੇ ਆ ਕੀ ਪੋਜ਼ਿਟਿਵਸ ਆ ਕੀ ਨੈਗੇਟਿਵਸ ਆ, ਕਿੱਦਾਂ ਹੋਣੇ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਯਾਦ ਕਰਕੇ ਜਦੋਂ ਹੁਣ ਤੁਸੀਂ ਵਰਡਸ ਯੂਜ਼ ਕਰਨੇ ਆ ਉਦੋਂ ਇਹ ਵਰਡਸ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਨੀ ਹੈ। ਐਥੀਕਲ, ਲੀਗਲ, ਪੋਲੀਟੀਕਲ, ਟੈਕਨੀਕਲ, ਇਹ ਵਰਡਸ ਨੂੰ ਯੂਜ਼ ਕਰੋਗੇ ਤੁਹਾਡੀ ਇੱਕ ਚੰਗੀ ਚੀਜ਼ ਮੰਨੀ ਜਾਊਗੀ, ਸੋ ਦੈਟ ਐਗਜ਼ਾਮੀਨਰ ਨੂੰ ਪਤਾ ਲੱਗੂਗਾ ਕਿ ਤੁਹਾਨੂੰ ਇਹ 6 ਨਿਸ਼ਿਜ਼ ਪਤਾ, ਕੀ ਕੈਟਾਗਰੀਜ਼ ਪਤਾ। ਐਗਜ਼ਾਮੀਨਰ ਨੂੰ ਇਹ ਰਿਅਲਾਈਜ਼ ਹੋਊਗਾ ਕਿ ਜਿਹੜਾ ਬੱਚਾ ਇਹ ਐਗਜ਼ਾਮ ਲਿਖ ਰਿਹਾ ਉਹਨੂੰ ਇਹ 6 ਚੀਜ਼ਾਂ ਬਾਰੇ ਪਤਾ, ਤਾਂ ਹੀ ਉਹਨੇ ਲਿਖਿਆ ਦਾ ਪੋਲੀਟੀਕਲ ਵਿਊ ਆਫ ਦਿਸ ਕੁਐਸਚਨ, ਤਾਂ ਹੀ ਉਹਨੇ ਲਿਖਿਆ ਦੀ ਐਥੀਕਲ ਵਿਊ ਆਫ ਦਿਸ ਕੁਐਸਚਨ। ਉਹਨੂੰ ਪਤਾ ਕਿ ਇਹ ਜਿਹੜੇ ਸਵਾਲ ਆ ਇਹਦੇ 6 ਮੁੱਦੇ ਆ, 6 ਮੁੱਦਿਆਂ 'ਚ ਕੋਈ ਸਵਾਲ ਪੁੱਛਿਆ ਗਿਆ, ਉਹਨੂੰ ਪਤਾ ਲੱਗੂਗਾ ਕਿ ਤੁਹਾਨੂੰ ਇਸ ਚੀਜ਼ ਦਾ ਗਿਆਨ ਹੈਗਾ that these are the 6 niches where questions can be asked। ਜੈਨਰ ਕਹਿ ਦਿੰਦੇ ਆਪਾਂ, ਜੈਨਰ ਮਤਲਬ ਮੁੱਦੇ, 6 ਮੁੱਦੇ, ਉਹ ਪੋਲੀਟੀਕਲ, ਸੋਸ਼ਲ, ਐਥੀਕਲ, ਟੈਕਨੀਕਲ और की इकोनॉमिकल ते लीगल, ये 6 मुद्दे आ ते ਆਪਾਂ ਇਹਨੂੰ ਫਿਗਰ ਆਊਟ ਕਰਨਾ ਕਿ ਜਿਹੜਾ ਤੁਹਾਨੂੰ ਕੁਐਸਚਨ ਆਇਆ ਵਾ ਐਗਜ਼ਾਮ 'ਚ ਉਹ ਕਿਹੜਾ ਮੁੱਦਾ ਵਾ। ਸਭ ਤੋਂ ਇੰਪੋਰਟੈਂਟ ਚੀਜ਼ ਆਈਡੀਆਜ਼ ਨੂੰ ਜਨਰੇਟ ਕਰਨ ਦੀ ਉਹ। ਦੂਸਰੀ ਚੀਜ਼, ਅੱਜ ਇਸ ਟਾਸਕ ਦੇ ਵਿੱਚ ਆਪਾਂ ਅੱਜ ਦੀ ਰਾਈਟਿੰਗ ਕਲਾਸ ਦੇ ਵਿੱਚ ਫਰਸਟ ਸੈਸ਼ਨ ਦੇ ਵਿੱਚ ਆਪਾਂ ਆਈਡੀਆਜ਼ ਡਿਸਕਸ ਕਰਨੇ ਆ ਰਿਲੇਟਡ ਟੂ ਆਲ ਦੀ ਸਬ ਨਿਸ਼ਿਸ। ਹੁਣ ਇਹਨਾਂ ਦੇ ਵਿੱਚ ਹੀ ਜੇ ਹੁਣ ਤੁਹਾਨੂੰ ਕੁਐਸਚਨ ਕੋਈ এনवायरमेंट ਦੇ ਉੱਪਰ ਆ ਗਿਆ, एनवायरमेंट ਦੇ ਉੱਪਰ ਆ ਗਿਆ ਤੁਹਾਨੂੰ ਸਵਾਲ ਕਿ ਆਪਾਂ ਨੂੰ ਵੀ ਸ਼ੁੱਡ ਪਲਾਂਟ ਮੋਰ ਟਰੀਜ਼, ਫॉर एग्जांपल ਐਵੇਂ ਆਪਾਂ ਇੱਕ ਸਟੇਟਮੈਂਟ ਲੈ ਲੈਂਦੇ ਆ, ਵੀ ਸ਼ੁੱਡ ਪਲਾਂਟ ਮੋਰ ਟਰੀਜ਼। ਠੀਕ ਹੈ, ਹੁਣ ਤੁਸੀਂ ਦੱਸੋ ਕਿ ਆ ਜਿਹੜੀ ਸਟੇਟਮੈਂਟ ਆ ਇਹ ਕਿਹੜੇ ਸੈਗਮੈਂਟ ਦੇ ਵਿੱਚ ਪੈਂਦੀ ਆ? ਕਿਉਂ ਸੋਸ਼ਲ ਚ ਪਾਊਗੀ? ਉਹਦਾ ਸੋਸ਼ਲੀ ਬੈਨੀਫਿਟ ਹੋਊਗਾ, ਬਿਕੋਜ਼ ਜੇ ਦਰਖਤ ਲਾਵਾਂਗੇ ਸਾਰੇ ਹਿਊਮਨ ਬੀਇੰਗਸ ਨੇ ਲੈਣਾ, ਉਹਦਾ ਫਾਇਦਾ ਹਰ ਇਨਸਾਨ ਨੂੰ ਹੋਣਾ। ਉਹ ਨਹੀਂ ਕਿ ਜਿਹੜਾ ਲਾ ਰਿਹਾ ਸਿਰਫ ਉਹਨੂੰ ਫਾਇਦਾ ਹੋਣਾ, ਉਹਦਾ ਫਾਇਦਾ ਹਰ ਇਨਸਾਨ ਨੂੰ ਹੋਣਾ। that is why we are socially empowering people by planting more trees। we are socially empowering people by planting more trees and we should plant more trees। in actual we should plant more trees ਤਾਂ ਕਿ ਸੋਸ਼ਲੀ ਉਹਦਾ ਫਾਇਦਾ ਹੋਵੇ। ਜਦੋਂ ਜ਼ਿਆਦਾ ਦਰਖਤ ਲੱਗੂਗਾ ਆਪਣੇ ਲੋਕ ਚੰਗਾ ਸਾਹ ਲੈ ਪਾਉਣਗੇ, ਚੰਗੀ ਆਕਸੀਜਨ ਮਿਲੂਗੀ, ਚੰਗੀਆਂ ਆਪਾਂ ਉਹਦੇ ਬਾਰੇ ਬੈਨੀਫਿਟਸ ਲਿਖਣੇ ਆ ਦੈਟ ਸੋਸ਼ਲੀ। ਫਿਰ ਬਟ ਇਹ ਨਹੀਂ ਕਿ ਜਦੋਂ ਤੁਹਾਨੂੰ ਟਰੀਜ਼ ਬਾਰੇ ਕੁਐਸਚਨ ਆ ਗਿਆ ਤੁਸੀਂ ਟਰੀਜ਼ ਬਾਰੇ ਸਾਰੀ ਗੱਲ ਕਰ ਰਹੇ ਆ, ਤੁਸੀਂ ਲਿਖ ਰਹੇ ਇਹਦੇ ਫਾਇਦੇ ਕੀ ਆ, ਸੋਸ਼ਲੀ ਕਿੱਦਾਂ ਫਾਇਦੇ ਇਦਾਂ ਦਾ, ਬਟ ਯੂ ਆਰ ਨਾਟ ਮੈਂਸ਼ਨਿੰਗ ਦ ਵਰਡ ਸੋਸ਼ਲ। ਤੁਸੀਂ ਇਹਨੂੰ ਲਾਜ਼ਮੀ ਤੌਰ ਤੇ ਧਿਆਨ ਰੱਖਣਾ, ਜਿਹੜਾ ਪੈਸਟਲ ਆ ਇਹਦੇ ਜਿਹੜੇ ਵਰਡਸ ਆ ਪੋਲੀਟੀਕਲ, ਸੋਸ਼ਲ, ਵਾਟਐਵਰ, ਇਹਨੂੰ ਮੈਂਸ਼ਨ ਜ਼ਰੂਰ ਕਰਨਾ ਇਸ ਦੇ ਵਿੱਚ, so that ਕਿ ਐਗਜ਼ਾਮੀਨਰ ਨੂੰ ਪਤਾ ਲੱਗ ਜਾਏ ਕਿ you know the sides, you know the genres। ਤੁਹਾਡੇ ਕੋਲ ਇੰਨਾ ਗਿਆਨ ਹੈ, you have enough knowledge that you know what are the genres of an essay, right? So you can write the word the social view of planting more trees, that everyone has to consume oxygen,
ਜਾਂ ਕੁਝ ਵੀ ਤੁਸੀਂ ਲਿਖ ਸਕਦੇ ਆ ਕਿ ਆਕਸੀਜਨ ਸਾਰਿਆਂ ਵਾਸਤੇ ਹੈ। ਤੁਸੀਂ ਲਿਖ ਸਕਦੇ ਐਗਜ਼ਾਮਪਲ, ਫॉर एग्जांपल दिस फॉर अ सोशल व्यू कॉमा इन कोविड-19, ठीक है, ਆਕਸੀਜਨ ਦੀ ਕਮੀ ਆਈ, ਆਕਸੀਜਨ ਘਟਿਆ, ਲੋਕਾਂ ਨੇ ਕਿਲੋ ਦੇ ਭਾਅ ਨਾਲ ਵੇਚੀ, ਬਟ ਜੇ ਉਹੀ ਪਲਾਂਟੇਸ਼ਨ ਕੀਤੀ ਹੋਵੇ ਆਪਾਂ ਨੂੰ ਆਕਸੀਜਨ ਨੈਚੁਰਲ ਤੌਰ ਤੇ ਮਿਲੇ। ਤਾਂ ਤੁਸੀਂ ਐਗਜ਼ਾਮਪਲਸ ਦੇ ਵਿੱਚ ਸੋਸ਼ਲ ਵਰਡ ਨੂੰ ਯੂਜ਼ ਕਰਨਾ। ਵੈਨ ਯੂ ਨੋ ਦ ਟੌਪਿਕ ਇਜ਼ ਅਬਾਊਟ ਸੋਸ਼ਲ, ਇਟਸ ਅਬਾਊਟ ਸੋਸਾਇਟੀ, ਤੁਸੀਂ ਉਦੋਂ ਸੋਸ਼ਲ ਵਰਡ ਨੂੰ ਯੂਜ਼ ਕਰਨਾ। ਜਦੋਂ ਤੁਹਾਨੂੰ ਪਤਾ ਕੁਐਸਚਨ ਆ ਗਿਆ ਮੋਬਾਈਲ ਫੋਨਸ ਬਾਰੇ, ਤੁਹਾਨੂੰ ਕੁਐਸਚਨ ਆ ਗਿਆ ਲੈਪਟਾਪਸ ਬਾਰੇ, ਇੰਟਰਨੈਟ ਬਾਰੇ, ਕਿਧਰ ਆਪਾਂ ਜਿਵੇਂ ਕਨੈਕਟੀਵਿਟੀ ਬਾਰੇ ਆ ਗਿਆ, ਠੀਕ ਹੈ, ਕੁਐਸਚਨ ਆ ਗਿਆ ਕਿ ਅੱਜ ਦੀ ਡੇਟ 'ਚ ਮੋਬਾਈਲ ਫੋਨਸ ਕਰਕੇ ਲੋਕ ਇੱਕ ਦੂਜੇ ਨਾਲ ਫਿਜ਼ੀਕਲੀ ਬੈਠਣਾ ਘਟ ਗਿਆ, ਠੀਕ ਹੈ, ਟੂ what extent you think this is a positive development or is this a positive development, ਕੁਐਸਚਨ ਆ ਗਿਆ। ਹੁਣ ਤੁਸੀਂ ਪੋਜ਼ਿਟਿਵ ਹੈਗੀ ਕਿ ਨਹੀਂ ਹੈਗੀ ਉਹ ਤੁਹਾਡੇ ਆਪਣੇ ਵਿਚਾਰ ਹੋ ਸਕਦੇ ਆ, ਪਰ ਤੁਸੀਂ ਉਹਦਾ ਜ਼ਰੂਰ ਦੱਸਣਾ ਟੈਕਨੀਕਲ ਸਾਈਡ of development of mobile phones or development of internet, the technical side, so the examiner will ਉੱਥੇ ਉਹਨੂੰ ਪਤਾ ਲੱਗ ਜਾਊਗਾ that you know that the question genre is technical and that is the way ਤੁਸੀਂ ਆਈਡੀਆਜ਼ ਜਨਰੇਟ ਕਰਦੇ ਆ। ਕੁਐਸਚਨ ਨੂੰ ਦੇਖ ਕੇ ਪਹਿਲਾਂ ਨੀਸ਼ ਫਿਗਰ ਆਊਟ ਕਰੋ, ਫਿਰ ਉਸ ਹਿਸਾਬ ਨਾਲ। ਜੇ ਹੁਣ ਕੁਐਸਚਨ ਇਕਨੋਮਿਕਲ ਆ ਗਿਆ, ਪੈਸੇ ਨੂੰ ਲੈ ਕੇ, ਜਿਵੇਂ ਕੱਲ ਆਪਾਂ ਕੀਤਾ ਸੀ ਹੈਪੀਨੈਸ ਇਜ਼ ਡਾਇਰੈਕਟਲੀ ਰਿਲੇਟਡ ਟੂ ਇਕਨੋਮਿਕ ਸਕਸੈਸ, ਡਾਇਰੈਕਟਲੀ ਉਹਦਾ ਆ ਗਿਆ ਹਨਾ। ਹੁਣ ਤੁਹਾਨੂੰ ਪਤਾ ਲੱਗ ਗਿਆ ਕੁਐਸਚਨ ਇਜ਼ ਅਬਾਊਟ ਇਕਨੋਮਿਕਸ, ਇਕਨੋਮਿਕਲ ਕੰਡੀਸ਼ਨ ਦੇ ਉੱਪਰ ਕੁਐਸਚਨ ਆ। ਤੁਸੀਂ ਸਾਰਾ ਨੀਸ਼ ਦਾ ਸਾਰਾ ਐਸੇ ਇਕਨੋਮਿਕਸ ਨੂੰ ਧਿਆਨ 'ਚ ਰੱਖ ਕੇ ਲਿਖਣਾ। ਤੁਹਾਡਾ ਟਾਸਕ ਰਿਸਪੌਂਸ ਵੀ ਉਹਦੇ ਨਾਲ ਬੈਟਰ ਹੋਊਗਾ, ਤੁਹਾਡਾ ਸਾਰਾ ਕੁਝ ਉਹਦੇ ਨਾਲ ਬੈਟਰ ਹੋਊਗਾ। ਟਾਸਕ ਰਿਸਪੌਂਸ ਨੂੰ ਸਹੀ ਕਰਨ ਲਈ ਇੱਕੋ ਹੀ ਆਪਣਾ ਰੂਲ ਆ ਕਿ ਆਪਾਂ ਬਾਹਰੋਂ ਕੋਈ ਚੀਜ਼ ਲਿਖਣੀ ਨਹੀਂ ਹੁੰਦੀ, ਅੰਦਰਲੀ ਕੀ ਚੀਜ਼ ਆਪਾਂ ਕੋਈ ਛੱਡਣੀ ਨਹੀਂ ਹੁੰਦੀ। ਸਿੰਪਲੀ ਇੱਕ ਗੱਲ ਯਾਦ ਰੱਖਣੀ ਆ, ਬਾਹਰੋਂ ਕੁਝ ਛੱਡਣਾ ਨਹੀਂ ਤੇ ਅੰਦਰੋਂ ਕੁਝ, ਬਾਹਰੋਂ ਕੁਝ ਲਿਖਣਾ ਨਹੀਂ ਤੇ ਅੰਦਰੋਂ ਕੁਝ ਛੱਡਣਾ ਨਹੀਂ। ਕੱਲੀ ਚੀਜ਼, ਜਿੰਨੇ ਕੁਐਸਚਨਸ ਪੁੱਛੇ ਗਏ ਆ ਟਾਸਕ 1 ਦੇ ਵਿੱਚ, ਵਰਡ ਬਾय ਵਰਡ ਟਾਸਕ 1 ਦੇ ਇੱਕ ਟੇਬਲ ਚਾਰਟ ਆ, ਤੁਹਾਨੂੰ ਕਿੰਨੇ ਪਰਸੈਂਟੇਜ ਦਿੱਤੇ ਆ, ਜਿੰਨੀਆਂ ਪਰਸੈਂਟੇਜ ਲਿਖੀਆਂ ਤੁਹਾਡੇ ਟਾਸਕ ਦੇ ਵਿੱਚ ਵੀ ਲਿਖੀਆਂ ਹੋਣ, ਜਿੰਨੇ ਵਰਡਸ ਲਿਖੇ ਤੁਹਾਡੇ ਟਾਸਕ ਦੇ ਵਿੱਚ ਵੀ ਲਿਖੇ ਹੋਣ, ਸੋ ਦੈਟ ਕਿ ਤੁਸੀਂ ਕੱਲੀ ਚੀਜ਼ ਦਾ ਨਿਚੋੜ ਕੱਢ ਕੇ ਉਹਦੇ ਵਿੱਚ ਲਿਖ ਦਿਓ। ਐਂਡ ਜਿਹੜੀ ਬਾਹਰਲੀ ਚੀਜ਼ ਆ ਉਹਨੂੰ ਆਪਾਂ ਇੱਕ ਵਰਡ ਵੀ ਨਹੀਂ ਲਿਖਣਾ ਉਹਦੇ ਬਾਰੇ। that is only the topic। ਪੈਸਟਲ ਨੂੰ ਯਾਦ ਰੱਖੋ, ਨੋ ਦੀ ਨੀਸ਼ ਫਰਸਟ, ਕਿਹੜੀ ਨੀਸ਼ ਆ। ਹੁਣ ਕੋਈ ਹੋਰ ਨੀਸ਼ ਚੁਣੋ, ਹੋਰ ਕੋਈ ਕੁਐਸਚਨ ਦੇਖੋ, ਕੋਈ ਐਨੀ ਰੈਂਡਮ ਕੁਐਸਚਨ, ਕੋਈ ਵੀ ਰੈਂਡਮ ਕੁਐਸਚਨ ਬੋਲੋ ਟਾਸਕ 2 ਦਾ। ਹਾਂਜੀ, ਤੁਹਾਡੇ ਕੋਲ ਕੁਐਸਚਨ ਨਹੀਂ ਹੈਗਾ ਕੋਈ? ਐਨੀ ਰੈਂਡਮ ਕੁਐਸਚਨ ਪਲੀਜ਼। Life is better than technology was simple. Life was better. Life is better. Technology was simple. ਜ਼ਿੰਦਗੀ ਉਦੋਂ ਵਧੀਆ ਸੀ ਜਦੋਂ ਟੈਕਨੋਲੋਜੀ ਸਿੰਪਲ ਸੀ। ਹੁਣ ਇੱਥੇ ਕਨਫਿਊਜ਼ਨ ਹੈ, ਇਜ਼ ਆਊਗਾ ਕਿ ਵਾਜ਼ ਆਊਗਾ? ਕਿਉਂ ਵਾਜ਼ ਆਊਗਾ? ਪਾਸਟ ਲਿਖਦੇ ਆ। ਸੁਣੋ ਗੱਲ ਇੱਥੇ ਧਿਆਨ ਨਾਲ, when you are writing life is better, ਉਹ ਵੀ ਸਹੀ ਆ, life was better ਉਹ ਵੀ ਸਹੀ ਆ। ਸੰਦਰਭ ਕੀ ਆ? ਲਾਈਫ ਇਜ਼ ਬੈਟਰ ਦਾ ਕੀ ਮਤਲਬ ਆ, ਲਾਈਫ ਵਾਸ ਬੈਟਰ ਦਾ ਕੀ ਮਤਲਬ ਆ? ਇੰਗਲਿਸ਼ ਨੂੰ ਜੜ ਤੋਂ ਫੜੋ। ਇੱਥੇ ਕੌਮਾ ਆ ਗਿਆ, ਠੀਕ ਹੈ। ਪੰਜਾਬੀ ਚ ਬੋਲ ਕੇ ਦੇਖੋ ਕੀ ਫਰਕ ਆ। ਪੰਜਾਬੀ ਚ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦਾ। ਜਦੋਂ ਤੋਂ ਤੁਸੀਂ ਲਿਖੋਗੇ ਇਜ਼ ਬੈਟਰ, ਜੇ ਤੁਸੀਂ ਇਜ਼ ਯੂਜ਼ ਕਰ, ਚਲੋ ਵਾਸ ਦਾ ਮਤਲਬ ਕੀ ਆ? ਜ਼ਿੰਦਗੀ ਉਦੋਂ ਵਧੀਆ ਸੀ ਜਦੋਂ ਟੈਕਨੋਲੋਜੀ ਸਿੰਪਲ ਸੀ। ਇਹ ਹੋ ਗਿਆ ਇਜ਼। ਜ਼ਿੰਦਗੀ ਵਧੀਆ ਜਦੋਂ ਟੈਕਨੋਲੋਜੀ ਸਿੰਪਲ ਸੀ। ਜ਼ਿੰਦਗੀ ਵਧੀਆ ਕਹਿ ਸਕਦੇ ਆ, ਜਾਂ ਤੁਸੀਂ ਕਹਿ ਸਕਦੇ ਆ ਯਾਰ ਜ਼ਿੰਦਗੀ ਉਦੋਂ ਵਧੀਆ ਹੁੰਦੀ ਆ ਜਦੋਂ ਟੈਕਨੋਲੋਜੀ ਸਿੰਪਲ ਸੀ। ਤੁਸੀਂ ਜ਼ਿੰਦਗੀ ਨੂੰ ਪ੍ਰੈਜ਼ੈਂਟ ਗਿਣ ਰਹੇ ਆ ਤੇ ਐਗਜ਼ਾਮਪਲ ਆ ਜਿਹੜੀ ਉਦਾਹਰਨ ਆ ਤੁਸੀਂ ਪਾਸਟ ਦੀ ਦੇ ਰਹੇ ਆ, ਉਦੋਂ ਤੁਸੀਂ ਵਾਸ ਇਜ਼ ਯੂਜ਼ ਕਰ ਸਕਦੇ ਹੋ। ਆਲਮੋਸਟ ਦੋਨੋਂ ਹੀ ਕਨਸੈਪਟਸ ਸਹੀ ਆ, ਬਟ ਜਦੋਂ ਆਪਾਂ ਟਾਸਕ ਦੇ ਵਿੱਚ ਲਿਖਦੇ ਆ ਉਦੋਂ ਤੁਹਾਨੂੰ ਹਮੇਸ਼ਾ ਵਾਸ ਹੀ ਆਊਗਾ। ਲਾਈਫ ਵਾਸ ਬੈਟਰ ਵੈਨ ਟੈਕਨੋਲੋਜੀ ਵਾਸ ਸਿੰਪਲ। ਹੁਣ ਕੀ ਆ, ਦੋ ਚੀਜ਼ਾਂ ਨਿਕਲਦੀਆਂ ਨੇ ਵਿੱਚ। ਇੱਕ ਤਾਂ ਲਾਈਫ ਦੀ ਬੈਟਰਮੈਂਟ, ਕੁਆਲਿਟੀ ਆਫ ਲਾਈਫ। ਇਟ ਕੈਨ ਬੀ ethical, it can be social, क्योंकि सोशल जो टेक्नोलॉजी आई है, सोशल मीडिया आया, इंस्टाग्राम, फेसबुक, स्नैपचैट, वटएवर, ठीक है, वो आया। दैन होर की है टेक्निकल, 10 निशेस आ गया। हुण तुहानूं तुसीं ध्यान रखना, ਜਦੋਂ ਤੁਸੀਂ ਐਸੇ ਲਿਖਣਾ ਤੁਸੀਂ ਤਿੰਨੇ ਟਰਮਸ ਨੂੰ ਯੂਜ਼ ਕਰਨਾ। ਤੁਸੀਂ ਸੋਸ਼ਲ ਵਰਡ ਵੀ ਯੂਜ਼ ਕਰਨਾ, ਐਥਿਕਲ ਵਰਡ ਵੀ ਯੂਜ਼ ਕਰਨਾ, ਟੈਕਨੀਕਲ ਵਰਡ ਵੀ ਯੂਜ਼ ਕਰਨਾ।
ਤੇ ਯੂਜ਼ ਕਰਦੇ ਕਰਦੇ ਤੁਸੀਂ ਸਮਝਾਉਣਾ ਟੈਕਨੀਕਲ ਵਿਊ ਪੁਆਇੰਟ ਕੀ ਆ, ਇਹਦਾ ਸੋਸ਼ਲ ਵਿਊ ਪੁਆਇੰਟ ਕੀ ਆ, ਇਹਦਾ ਐਥੀਕਲ ਵਿਊ ਪੁਆਇੰਟ ਕੀ ਆ, ਇਹਦਾ ਪੋਲੀਟੀਕਲ ਵਿਊ ਪੁਆਇੰਟ ਕੀ ਹੈ, ਇਹਦਾ ਲੀਗਲ ਵਿਊ ਪੁਆਇੰਟ ਕੀ ਆ। ਜਿੰਨੇ ਵਿਊ ਪੁਆਇੰਟਸ ਹੈਗੇ ਆ ਅਕੋਰਡਿੰਗ ਟੂ ਪੈਸਟਲ ਤੁਸੀਂ ਜ਼ਰੂਰ ਐਗਜ਼ਾਮ ਦੇ ਵਿੱਚ ਲਿਖ ਕੇ ਆਉਣਾ। ਪਤਾ ਲੱਗ ਗਿਆ? ਯੈਸ ਸਰ, नो? यस सर। क्लियर हो गया व्हाट इज पेस्टल? ये चीज है। लो कि होर क्वेश्चन लो। सुरप्रीत मैम बुला रहा। Some places old age is valued while in others culture youth is considered more important। ਕੁਝ ਕਲਚਰਸ ਦੇ ਵਿੱਚ ਜਿਹੜੇ 올ਡ ਏਜ ਆ ਉਹ ਵੈਲਿਊਡ ਆ, ਦੂਜਿਆਂ ਦੇ ਵਿੱਚ ਯੂਥ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ। ਹੁਣ ਕੁਐਸਚਨ ਕੀ ਹੈ? ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ। ਹੁਣ ਉਹ ਕਹਿੰਦਾ ਕਿ ਕੁਝ ਕਲਚਰਸ ਦੇ ਵਿੱਚ ਤਾਂ ਬੁੜਿਆਂ ਨੂੰ ਵੈਲਿਊ ਦਿੱਤੀ ਜਾਂਦੀ ਹੈ, ਕੁਝ ਕਲਚਰ ਵਿੱਚ ਨੌਜਵਾਨਾਂ ਨੂੰ ਵੈਲਿਊ ਦਿੱਤੀ ਜਾਂਦੀ ਹੈ। ਦੋ ਵਿਊ ਆ, ਠੀਕ ਹੈ। ਤੁਸੀਂ ਦੋਨਾਂ ਨੂੰ ਡਿਸਕਸ ਕਰਨਾ ਤੇ ਆਪਣਾ ਵਿਚਾਰ ਦੇਣਾ। ਕਿਹੜੇ ਕਲਚਰ 'ਚ, ਹੁਣ ਇਹ ਕੀ ਹੈ? ਐਥੀਕਲ ਕੁਐਸਚਨ ਆ ਤੇ ਸੋਸ਼ਲ ਕੁਐਸਚਨ ਆ। ਐਥੀਕਲ ਐਂਡ ਸੋਸ਼ਲ ਕੁਐਸਚਨ, ਹੁਣ ਤੁਸੀਂ ਦੋਨੋਂ ਹੀ ਵਰਡ ਯੂਜ਼ ਕਰਨੇ, ਐਥੀਕਲ ਵੀ ਤੇ ਕੁਐਸਚਨ ਵੀ। ਇਹ ਦੇਖਣਾ ਕਿੱਥੇ ਕਰਨੇ ਆ, ਇਹ ਤੁਸੀਂ ਦੇਖਣਾ BP 1 ਚ ਯੂਜ਼ ਕਰਨੇ ਆ, ਪਹਿਲਾਂ ਇੱਕ BP ਚ ਕਰਨਾ, ਪਹਿਲਾਂ ਤੁਸੀਂ ਐਥੀਕਲ ਪੁਆਇੰਟ ਦੀ ਗੱਲ ਕਰਨੀ ਹੈ, ਦੂਜਾ ਤੁਸੀਂ ਸੋਸ਼ਲ ਪੁਆਇੰਟ ਦੀ ਗੱਲ ਕਰਨੀ ਹੈ। ਇਟਸ ਆਲ ਅਪ ਟੂ ਯੂ, ਤੁਸੀਂ ਕਿੱਦਾਂ ਕਰਨਾ। ਤਰੀਕਾ ਸੇਮ ਰਹੂਗਾ। ਹੁਣ ਦੇਖੋ ਆਪਾਂ ਗਾਂਧੀ ਵਰਕਸ਼ਾਪ ਚ ਅੱਗੇ ਚੱਲੀ ਜਾਂਦੇ ਆ। ਤਰੀਕਾ ਜਿਹੜਾ ਕੱਲ ਤੁਹਾਨੂੰ ਕਿਹਾ ਸੀ, ਸਟੇਟਮੈਂਟ ਕਾਰਨ ਐਗਜ਼ਾਮਪਲ, ਸਟੇਟਮੈਂਟ ਕਾਰਨ ਤੇ ਐਗਜ਼ਾਮਪਲ, ਸਟੇਟਮੈਂਟ ਕਾਰਨ ਉਦਾਹਰਣ, ਸਟੇਟਮੈਂਟ ਕਾਰਨ ਉਦਾਹਰਣ, ਉਹ ਆਪਣਾ ਸਿਸਟਮ ਸੇਮ ਹੀ ਰਹਿਣਾ, ਪਾਉਣਾ ਉਸੇ ਤਰੀਕੇ ਨਾਲ ਹੀ ਇਹਨੂੰ, ਜੋ ਵੀ ਮੈਂ ਕਹਿ ਰਿਹਾ। ਹੁਣ ਇਹ ਨਹੀਂ ਕਿ ਸਰ ਨੇ ਕੱਲ ਉਹ ਕਰਵਾਇਆ ਸੀ ਆਪਣਾ ਸਟਰਕਚਰ ਤੇ ਹੁਣ ਆਪਾਂ ਨੂੰ ਨਵੇਂ ਤਰੀਕੇ ਨਾਲ ਪਾ ਦਈਏ। ਸਟਰਕਚਰ ਇੱਕ ਅਲੱਗ ਪਿੱਛੇ ਰਹਿ ਗਿਆ। ਹੁਣ ਸਟੇਟਮੈਂਟ ਕਾਰਨ ਉਦਾਹਰਣ ਉਦਾਂ ਹੀ, ਕੁਐਸਚਨ ਉਦਾਂ ਹੀ, ਆਨਸਰ ਉਦਾਂ ਹੀ ਲਿਖਣਾ, ਤਰੀਕਾ ਸੇਮ ਰੱਖਣਾ। ਬਸ ਅੱਜ ਦੀ ਸਿਰਫ ਮੁੱਦਾ ਇਹ ਆ, ਜਦੋਂ ਤੁਸੀਂ ਵਰਡਸ ਨੂੰ ਇਨਪੁਟ ਦੇ ਰਹੇ ਆ, ਜੋ ਤੁਸੀਂ ਸ਼ਬਦ ਪਾ ਰਹੇ ਆ ਵਿੱਚ, ਉਸੇ ਸਟੇਟਮੈਂਟ ਦੇ, ਉਸੇ ਕਾਰਨ ਦੇ, ਉਸੇ ਉਦਾਹਰਣ ਦੇ, ਉਸੇ ਸਟਰਕਚਰ ਦੇ ਵਿੱਚ ਜਦੋਂ ਤੁਸੀਂ ਵਰਡਸ ਪਾ ਰਹੇ ਆ, ਉਸੇ ਵੋਕੈਬਲਰੀ ਨਾਲ, ਉਹੀ ਸੈਂਟੈਂਸ ਫਾਰਮੇਸ਼ਨ ਦੇ ਨਾਲ ਜੋ ਤੁਸੀਂ ਸ਼ਬਦ ਪਾਉਣ ਜਾ ਰਹੇ ਹੋ, ਉਹਦੇ ਵਿੱਚ ਸ਼ਬਦ ਕਿਹੜੇ ਪਾਉਣੇ ਆ, ਸ਼ਬਦ ਕਿਵੇਂ ਸੋਚਣੇ ਆ ਤੇ ਕਿਹੜੇ ਕਿਹੜੇ ਆਈਡੀਆਜ਼ ਉਹ ਹੋਣਗੇ। ਇਹ ਅੱਜ ਦਾ ਆਪਣਾ ਮੁੱਦਾ। ਫਿਰ ਇਹਨਾਂ ਦੋਨਾਂ ਦਿਨਾਂ ਨੂੰ ਕਲੱਬ ਕਰਕੇ ਤੁਸੀਂ ਆਪਦਾ ਰਾਈਟਿੰਗ ਟਾਸਕ 1 ਟਾਸਕ 2 ਕਰ ਸਕਦੇ ਹੋ।